ਸਤਿ ਸ਼੍ਰੀ ਅਕਾਲ। ਤੁਸੀਂ PNCN ਦੇਖ ਰਹੇ ਹੋ। ਇਸ ਸਮੇਂ ਤੁਹਾਨੂੰ ਅਸੀਂ ਕੈਨੇਡਾ ਭਰ ਤੋਂ ਕਈ ਖਬਰਾਂ ਦੱਸਾਂਗੇ ਤੇ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਤੋਂ, ਜਿਵੇਂ ਕਿ ਕੈਨੇਡਾ ਵਿੱਚ ਆਉਣ ਵਾਲਿਆਂ ਦੇ ਵਾਸਤੇ ਕਈ ਹਦਾਇਤਾਂ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ ਤੇ ਇਸੇ ਨੂੰ ਲੈ ਕੇ ਹੋਰ ਤਬਦੀਲੀ ਕੀਤੇ ਜਾਣ ਦੀ ਮੰਗ ਵੀ ਹੁਣ ਮੁੜ ਤੋਂ ਉੱਠਣ ਲੱਗੀ ਹੈ। ਜਿਵੇਂ ਕਿ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਲਗਾਤਾਰ ਕੈਨੇਡਾ ਸਰਕਾਰ ਤੇ ਦਬਾਅ ਬਣਾਇਆ ਜਾ ਰਿਹਾ ਸੀ ਕਿ ਹਦਾਇਤਾਂ ਵਿੱਚ ਢਿੱਲ ਦਿੱਤੀ ਜਾਵੇ, ਜੋ 에ਅਰਪੋਰਟ ਦੇ ਉੱਤੇ ਯਾਤਰੀ ਪਹੁੰਚਦੇ ਨੇ ਉਹਨਾਂ ਦੇ ਲਈ ਸੁਖਾਲਾ ਹੋ ਸਕੇ ਤੇ ਇਸੇ ਨੂੰ ਲੈ ਕੇ ਜੋ ਡੋਮੈਸਟਿਕ ਫਲਾਈਟਸ ਨੇ ਉਹਨਾਂ ਵਾਸਤੇ ਬੇਸ਼ੱਕ 20 ਜੂਨ ਤੋਂ ਕੋਵਿਡ-19 ਦੇ ਟੀਕੇ ਲੱਗੇ ਹੋਣ ਦਾ ਸਬੂਤ ਦੇਖਣਾ ਬੰਦ ਕੀਤਾ ਜਾ ਰਿਹਾ ਹੈ, ਪਰ ਇੰਟਰਨੈਸ਼ਨਲ ਟਰੈਵਲ ਵਾਸਤੇ ਅਜਿਹਾ ਨਹੀਂ ਹੈ। ਜਿਵੇਂ ਕਿ ਅਰਾਈਵ ਕੈਨ ਐਪਲੀਕੇਸ਼ਨ ਨੂੰ ਭਰਨਾ ਜ਼ਰੂਰੀ ਹੈ। ਜਿਹੜਾ ਵੀ ਬਾਹਰਲੇ ਮੁਲਕ ਤੋਂ ਕੈਨੇਡਾ ਵਿੱਚ ਆਉਂਦਾ ਹੈ ਉਹਨਾਂ ਵਾਸਤੇ ਤਾਂ ਇਹ ਐਪਲੀਕੇਸ਼ਨ ਦੇ ਵਿੱਚ ਜਾਣਕਾਰੀ ਨਾ ਭਰਨੀ ਪਵੇ, ਇਸ ਦੀ ਮੰਗ ਨਾਇਗਰਾ ਫਾਲਸ ਤੋਂ ਮੇਅਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਕੀਤੀ ਹੈ, ਜਿਸ ਦੇ ਵਿੱਚ ਇਹਨਾਂ ਨੇ ਕਿਹਾ ਤਾਂ ਕਿ ਸੈਲਾਨੀ ਜੋ ਕਿ ਕੁਝ ਇਹਨਾਂ ਹਦਾਇਤਾਂ ਦੇ ਕਰਕੇ ਘੁੰਮਣ ਤੋਂ ਗੁਰੇਜ਼ ਕਰਦੇ ਨੇ ਉਹ ਅਜਿਹਾ ਨਾ ਕਰਨ ਤੇ ਕੈਨੇਡਾ ਵਿੱਚ ਖਾਸ ਤੌਰ ਦੇ ਉੱਤੇ ਜਿਵੇਂ ਕਿ ਨਾਇਗਰਾ ਫਾਲਸ ਵੱਡੀ ਗਿਣਤੀ ਵਿੱਚ ਲੋਕ ਆਉਂਦੇ ਨੇ। ਨਾਇਗਰਾ ਦੇ ਮੇਅਰ ਨੇ ਜੋ ਇਹ ਮੰਗ ਕੀਤੀ ਹੈ ਉਸ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਹ ਹਵਾਲਾ ਦਿੱਤਾ ਗਿਆ ਕਿ ਇਸ ਦੇ ਨਾਲ ਉੱਥੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਹੋਰ ਵੱਧ ਜਾਵੇਗੀ, ਜਿਸ ਦਾ ਫਾਇਦਾ ਹੋਵੇਗਾ, ਜਿਸ ਕਰਕੇ ਇਸ ਹਦਾਇਤ ਨੂੰ ਛੇਤੀ ਨਾਲ ਹਟਾ ਦਿੱਤਾ ਜਾਵੇ, ਕਿਉਂਕਿ ਇਸ ਸਮੇਂ ਜੋ ਆਮ ਵਰਗੇ ਹਾਲਾਤ ਹੋ ਰਹੇ ਨੇ, ਕੋਵਿਡ-19 ਦੇ ਮਾਮਲੇ ਬਹੁਤ ਘੱਟ ਗਿਣਤੀ ਵਿੱਚ ਸਾਹਮਣੇ ਆ ਰਹੇ ਨੇ। ਇਸ ਦੇ ਨਾਲ ਹੀ ਕੋਵਿਡ-19 ਦੇ ਕਰਕੇ ਮੌਤਾਂ ਹੋਣ ਦੀ ਗਿਣਤੀ ਵੀ ਕਾਫੀ ਜ਼ਿਆਦਾ ਘੱਟ ਚੁੱਕੀ ਹੈ ਤੇ ਹਦਾਇਤਾਂ ਵੱਖ ਵੱਖਰੇ ਸੂਬਿਆਂ ਦੇ ਵਿੱਚ ਹਟਾ ਦਿੱਤੀਆਂ ਗਈਆਂ ਨੇ। ਕਈ ਦੇਸ਼ਾਂ ਨੇ ਹਦਾਇਤਾਂ ਹਟਾ ਦਿੱਤੀਆਂ ਨੇ ਤਾਂ ਇਸੇ ਨੂੰ ਲੈ ਕੇ ਹੁਣ ਕੈਨੇਡਾ ਦੇ ਵਿੱਚ ਹੋਰ ਵੀ ਹਦਾਇਤਾਂ ਨੂੰ ਹਟਾਇਆ ਜਾਵੇ, ਇਸ ਮੰਗ ਨੂੰ ਰੱਖਿਆ ਜਾ ਰਿਹਾ ਹੈ। ਤਾਂ ਦੂਜੇ ਪਾਸੇ ਜੇਕਰ ਕੋਈ ਕੈਨੇਡਾ ਤੋਂ ਟਰੈਵਲ ਕਰਦਾ ਹੈ ਤੇ ਹੋਰ ਕਿਹੜੇ ਮੁਲਕ ਨੇ ਜਿੱਥੇ ਜਾ ਕੇ ਜਦੋਂ ਉਹ 에ਅਰਪੋਰਟ ਦੇ ਉੱਤੇ ਪਹੁੰਚਦੇ ਨੇ ਕੋਵਿਡ-19 ਦੇ ਟੀਕੇ ਲੱਗੇ ਹੋਣ ਦਾ ਸਬੂਤ ਹੁਣ ਨਹੀਂ ਦੇਖਿਆ ਜਾਵੇਗਾ, ਉਸ ਦੇ ਬਾਰੇ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਹੁਣ ਅਸੀਂ ਪੂਰੀ ਜਾਣਕਾਰੀ ਦੱਸਾਂਗੇ। ਜਿਵੇਂ ਕਿ ਫੈਡਰਲ ਸਰਕਾਰ 20 ਜੂਨ ਤੋਂ ਕੈਨੇਡਾ ਵਾਸੀਆਂ ਲਈ ਵੈਕਸੀਨ ਦੀਆਂ ਪਾਬੰਦੀਆਂ ਨੂੰ ਹਟਾ ਰਹੀ ਹੈ, ਉੱਥੇ ਹੀ ਕੁਝ ਦੇਸ਼ ਅਜਿਹੇ ਵੀ ਨੇ ਜਿਨ੍ਹਾਂ ਨੇ ਕੈਨੇਡਾ ਤੋਂ ਆਉਣ ਵਾਲੇ ਅਨਵੈਕਸੀਨੇਟਡ ਯਾਤਰੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਨੇ, ਜਿਨ੍ਹਾਂ ਵਿੱਚ UK, ਇਟਲੀ, ਫਰਾਂਸ, ਜਾਪਾਨ, ਇੰਡੀਆ, ਕਿਊਬਾ, ਮੈਕਸੀਕੋ, ਡੋਮਿਨਿਕਨ ਰਿਪਬਲਿਕ, ਜਮੈਕਾ ਸ਼ਾਮਲ ਨੇ। ਪਰ ਇਹਨਾਂ ਦੇਸ਼ਾਂ ਵਿੱਚੋਂ ਇੰਡੀਆ ਅਤੇ ਫਰਾਂਸ ਆਉਣ ਵਾਲੇ ਅਨਵੈਕਸੀਨੇਟਡ ਯਾਤਰੀਆਂ ਨੂੰ ਅਰਾਈਵਲ ਤੇ PCR ਟੈਸਟ ਕਰਵਾਉਣਾ ਜ਼ਰੂਰੀ ਹੋਵੇਗਾ। ਉੱਥੇ ਹੀ ਜਾਪਾਨ ਜਾਣ ਲਈ ਵੀ 72 ਘੰਟੇ ਪਹਿਲਾਂ ਤੋਂ ਕਰਵਾਇਆ ਗਿਆ PCR ਟੈਸਟ ਦਾ ਸਬੂਤ ਹੋਣਾ ਲਾਜ਼ਮੀ ਹੋਵੇਗਾ। ਇਸ ਦੇ ਨਾਲ ਹੀ ਆਸਟ੍ਰੇਲੀਆ ਅਤੇ ਯੂਨਾਈਟਿਡ ਸਟੇਟਸ ਜਾਣ ਵਾਸਤੇ ਵੈਕਸੀਨ ਲੱਗੀ ਹੋਣੀ ਅਜੇ ਵੀ ਜ਼ਰੂਰੀ ਹੈ ਅਤੇ ਬਾਹਰ ਤੋਂ ਆਉਣ ਵਾਲੇ ਯਾਤਰੀਆਂ ਨੂੰ ਵੈਕਸੀਨ ਦਾ ਪ੍ਰੂਫ ਦੇਣਾ ਵੀ ਲਾਜ਼ਮੀ ਹੋਵੇਗਾ ਅਤੇ ਕਈ ਦੂਜੇ ਦੇਸ਼ਾਂ ਵਿੱਚ ਬਿਨਾਂ ਵੈਕਸੀਨੇਸ਼ਨ ਤੋਂ ਆ ਰਹੇ ਲੋਕਾਂ ਲਈ ਕੁਆਰੰਟੀਨ ਜਾਂ ਟੈਸਟ ਕਰਨ ਦੀ ਜ਼ਰੂਰਤ ਅਜੇ ਵੀ ਜਾਰੀ ਰਹੇਗੀ। ਉੱਥੇ ਹੀ ਕੈਨੇਡਾ ਵਿੱਚ ਕਿਸੇ ਵੀ ਦੇਸ਼ ਤੋਂ ਆਉਣ ਤੇ ਅਨਵੈਕਸੀਨੇਟਡ ਕੈਨੇਡੀਅਨਸ ਅਤੇ ਪਰਮਾਨੈਂਟ ਰੈਜ਼ੀਡੈਂਟਸ ਨੂੰ 14 ਦਿਨ ਲਈ ਕੁਆਰੰਟੀਨ ਕਰਨਾ ਪਵੇਗਾ ਅਤੇ ਇਸ ਦੇ ਨਾਲ ਹੀ ਪ੍ਰੀ ਐਂਟਰੀ ਕੋਵਿਡ ਟੈਸਟ ਕਰਵਾਉਣਾ ਲਾਜ਼ਮੀ ਹੋਵੇਗਾ। ਜ਼ਿਕਰਯੋਗ ਹੈ ਕਿ ਫੈਡਰਲ ਸਰਕਾਰ ਵੱਲੋਂ ਕੱਲ੍ਹ ਹੀ ਇਹ ਐਲਾਨ ਕੀਤਾ ਗਿਆ ਕਿ ਕੈਨੇਡਾ ਵਿੱਚ ਹੁਣ ਘਰੇਲੂ ਅਤੇ ਬਾਹਰ ਜਾਣ ਵਾਲੀ ਅੰਤਰਰਾਸ਼ਟਰੀ ਯਾਤਰਾਵਾਂ ਲਈ ਵੈਕਸੀਨੇਸ਼ਨ ਦੀ ਲੋੜ ਨਹੀਂ ਹੋਵੇਗੀ, ਕਿਉਂਕਿ ਕੈਨੇਡੀਅਨ ਸਰਕਾਰ 20 ਜੂਨ ਤੋਂ ਪ੍ਰਭਾਵੀ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰਾ ਤੇ ਜਾਣ ਵਾਲੇ ਯਾਤਰੀਆਂ ਲਈ ਵੈਕਸੀਨੇਸ਼ਨ ਦੀ ਜ਼ਰੂਰਤ ਨੂੰ ਛੱਡ ਰਹੀ ਹੈ। ਇਸ ਸਮੇਂ ਕੈਨੇਡਾ ਵਿੱਚ 에ਅਰਪੋਰਟਸ ਦੇ ਉੱਤੇ ਕਾਫੀ ਜ਼ਿਆਦਾ ਗਿਣਤੀ ਵਿੱਚ ਜੋ ਯਾਤਰੀ ਪਹੁੰਚ ਰਹੇ ਨੇ ਤੇ ਜੋ ਕਾਮਿਆਂ ਦੇ ਉੱਤੇ ਵੀ ਬੋਝ ਪੈ ਰਿਹਾ ਹੈ ਤੇ ਇਸ ਦੇ ਨਾਲ ਹੀ 에ਅਰਲਾਈਨਸ ਵੀ ਪ੍ਰਭਾਵਿਤ ਹੋ ਰਹੀਆਂ ਨੇ ਤੇ ਇਸੇ ਨੂੰ ਲੈ ਕੇ 에ਅਰ ਕੈਨੇਡਾ ਦੀ ਇੱਕ ਫਲਾਈਟ ਰੱਦ ਹੋਣ ਤੋਂ ਬਾਅਦ ਕਿਸ ਤਰ੍ਹਾਂ ਯਾਤਰੀਆਂ ਨੂੰ ਮੁਸ਼ੱਕਤ ਕਰਨੀ ਪਈ, ਉਸ ਦੇ ਬਾਰੇ ਇੱਕ ਰਿਪੋਰਟ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦੱਸਾਂਗੇ। ਏਅਰ ਕੈਨੇਡਾ ਦੀ ਫਲਾਈਟ ਰੱਦ ਹੋਣ ਤੋਂ ਬਾਅਦ 2 ਔਰਤਾਂ ਨੂੰ ਇੱਕ ਅਜਨਬੀ ਦੇ ਘਰ ਸੌਣ ਲਈ ਮਜਬੂਰ ਹੋਣਾ ਪਿਆ। ਦਰਅਸਲ ਇੱਕ ਕੈਨੇਡੀਅਨ ਔਰਤ ਦਾ ਕਹਿਣਾ ਹੈ ਕਿ ਉਹ ਅਤੇ ਉਸਦੀ ਸਹੇਲੀ ਨੂੰ ਰਾਤ ਨੂੰ ਟੋਰਾਂਟੋ ਤੋਂ ਏਅਰ ਕੈਨੇਡਾ ਦੀ ਫਲਾਈਟ ਰੱਦ ਹੋਣ ਤੋਂ ਬਾਅਦ ਇੱਕ ਚੰਗੇ ਅਜਨਬੀ ਦੇ ਘਰ ਰੁਕਣਾ ਪਿਆ। ਕ੍ਰਿਸਟਨ ਹੈਂਸਨ ਨਾਮ ਦੀ ਔਰਤ ਨੇ ਕਿਹਾ ਕਿ 14 ਜੂਨ ਨੂੰ ਉਸਨੇ ਏਅਰ ਕੈਨੇਡਾ ਦੀ ਫਲਾਈਟ ਰਾਹੀਂ ਆਪਣੇ ਘਰ ਰੈਜੀਨਾ ਪਹੁੰਚਣਾ ਸੀ, ਜਿਸ ਲਈ ਬੋਰਡਿੰਗ ਵੀ ਹੋ ਗਈ ਸੀ, ਪਰ ਬਾਅਦ ਵਿੱਚ ਯਾਤਰੀਆਂ ਨੂੰ ਅਚਾਨਕ ਫਲਾਈਟ ਤੋਂ ਉਤਰਨ ਲਈ ਕਹਿ ਦਿੱਤਾ ਗਿਆ। ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੇ ਲੋਕਾਂ ਨੂੰ ਦੇਰੀ ਦਾ ਸਾਹਮਣਾ ਕਰਨਾ ਪਿਆ ਹੋਵੇ ਜਾਂ ਫਲਾਈਟ ਰੱਦ ਹੋਣ ਨੂੰ ਲੈ ਕੇ ਆਪਣੀ ਨਾਰਾਜ਼ਗੀ ਜਤਾਈ ਹੋਵੇ। ਇਸ ਤੋਂ ਪਹਿਲਾਂ ਵੀ ਜੂਨ ਵਿੱਚ ਏਅਰ ਕੈਨੇਡਾ ਦੀ ਲਗਭਗ 10% ਦੀ ਫਲਾਈਟਸ ਰੱਦ ਹੋ ਚੁੱਕੀਆਂ ਨੇ। ਹੈਂਸਨ ਨੇ ਜਾਣਕਾਰੀ ਦਿੱਤੀ ਕਿ ਜਦੋਂ ਉਸਦੀ ਫਲਾਈਟ ਕੈਂਸਲ ਹੋ ਗਈ ਤਾਂ ਉਹ ਅਤੇ ਦੂਜੇ ਯਾਤਰੀ ਕੁਝ ਘੰਟਿਆਂ ਤੱਕ ਆਪਣੇ ਲਗੇਜ ਲਈ ਇੰਤਜ਼ਾਰ ਕਰਦੇ ਰਹੇ ਅਤੇ ਉਸਨੇ ਕਿਹਾ ਕਿ ਅਕੋਮੋਡੇਸ਼ਨ ਨੂੰ ਲੈ ਕੇ ਜਾਂ ਨਵੀਂ ਫਲਾਈਟ ਬੁੱਕ ਕਰਨ ਨੂੰ ਲੈ ਕੇ ਜਦੋਂ ਉਸਨੇ ਏਅਰ ਕੈਨੇਡਾ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਹ ਇਸ ਵਿੱਚ ਅਸਮਰਥ ਰਹੀ।
ਉਸਨੇ ਕਿਹਾ ਕਿ 에ਅਰ ਕੈਨੇਡਾ ਨੇ ਉਸਦੀ ਕੋਈ ਮਦਦ ਨਹੀਂ ਕੀਤੀ, ਜਿਸ ਤੋਂ ਬਾਅਦ ਉਹ ਅਤੇ ਉਸਦੀ ਸਹੇਲੀ 에ਅਰਪੋਰਟ ਦੇ ਬਾਹਰ ਜਾ ਕੇ ਬੈਠ ਗਏ ਜਦੋਂ ਇੱਕ ਔਰਤ ਉਹਨਾਂ ਕੋਲ ਪਹੁੰਚੀ ਅਤੇ ਉਹਨਾਂ ਤੋਂ ਪੁੱਛਿਆ ਕਿ ਉਹ ਕਿਸ ਦਾ ਇੰਤਜ਼ਾਰ ਕਰ ਰਹੀਆਂ ਨੇ। ਤਾਂ ਜਦੋਂ ਦੋਵਾਂ ਨੇ ਫਲਾਈਟ ਰੱਦ ਹੋਣ ਬਾਰੇ ਜਾਣਕਾਰੀ ਦਿੱਤੀ ਤਾਂ ਔਰਤ ਨੇ ਕਿਹਾ ਕਿ ਤੁਸੀਂ ਮੇਰੇ ਨਾਲ ਮੇਰੇ ਘਰ ਚੱਲ ਸਕਦੇ ਹੋ। ਹੈਂਸਨ ਨੇ ਕਿਹਾ ਕਿ ਉਹ ਹੋਟਲ ਵੀ ਬੁੱਕ ਕਰ ਸਕਦੇ ਸੀ, ਪਰ ਸਾਰੇ ਹੋਟਲ ਆਲਰੇਡੀ ਬੁੱਕ ਸੀ ਜਾਂ ਇੱਕ ਰਾਤ ਦੇ ਸਟੇ ਲਈ ਉਹਨਾਂ ਨੂੰ $1000 ਦਾ ਭੁਗਤਾਨ ਕਰਨਾ ਪੈਣਾ ਸੀ। ਉੱਥੇ ਹੀ 에ਅਰ ਕੈਨੇਡਾ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਹੈਂਸਨ ਦੀ ਫਲਾਈਟ ਕੋਵਿਡ-19 ਨਾਲ ਸੰਬੰਧਿਤ ਸਥਿਤੀ ਕਾਰਨ ਰੱਦ ਕਰ ਦਿੱਤੀ ਗਈ ਸੀ। ਬੁਲਾਰੇ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਅਸੀਂ ਅਗਲੀ ਉਪਲਬਧ ਫਲਾਈਟ ਲਈ ਆਪਣੇ ਆਪ ਹੀ ਗਾਹਕਾਂ ਨੂੰ ਦੁਬਾਰਾ ਬੁੱਕ ਕਰਦੇ ਹਾਂ ਅਤੇ ਬਦਕਿਸਮਤੀ ਨਾਲ ਯਾਤਰਾ ਦੀ ਮੰਗ ਅਤੇ ਸਮਰੱਥਾ ਦੀ ਘਾਟ ਦੇ ਮੱਦੇਨਜ਼ਰ ਅਗਲੀ ਉਡਾਨ ਜਿਸ ਦੀ ਅਸੀਂ ਪੇਸ਼ਕਸ਼ ਕਰ ਸਕਦੇ ਸੀ ਉਹ ਅਫਸੋਸਜਨਕ 16 ਜੂਨ ਦੀ ਸੀ। ਵੈਨਕੂਵਰ ਤੋਂ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਟਿਮ ਹਾਰਟਨਸ ਦੇ ਅੰਦਰ ਇੱਕ ਵਿਅਕਤੀ ਨੇ ਦੂਜੇ ਵਿਅਕਤੀ ਦੇ ਚਾਕੂ ਮਾਰ ਦਿੱਤੇ ਸੀ। ਉਸ ਮਾਮਲੇ ਵਿੱਚ ਚਾਕੂ ਮਾਰਨ ਵਾਲੇ ਨੂੰ ਹੁਣ ਸਜ਼ਾ ਸੁਣਾਈ ਗਈ ਹੈ। ਇਸ ਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ। ਵੈਨਕੂਵਰ ਵਿੱਚ ਇੱਕ ਵਿਅਕਤੀ ਤੇ ਚਾਕੂ ਨਾਲ ਹਮਲਾ ਕਰਨ ਦੇ ਮਾਮਲੇ ਵਿੱਚ ਮੁਲਜ਼ਮ ਡੇਵਿਡ ਮੋਰਿਨ ਨੂੰ ਹੁਣ 3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਮੁਤਾਬਕ ਡੇਵਿਡ ਮੋਰਿਨ ਨੇ ਹਾਰਬਰ ਸੈਂਟਰ ਮਾਲ ਦੇ ਕਾਫੀ ਸ਼ਾਪ ਵਿੱਚ ਇੱਕ ਨੌਜਵਾਨ ਤੇ ਚਾਕੂ ਨਾਲ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਮਾਮਲੇ ਵਿੱਚ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਅਤੇ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਲਿਆ ਕਿ ਉਸਨੇ ਇੱਕ ਵਿਅਕਤੀ ਤੇ ਚਾਕੂ ਨਾਲ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ ਹੁਣ 3 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਪੁਲਿਸ ਨੇ ਉਸ ਸਮੇਂ ਕਿਹਾ ਸੀ ਕਿ ਉਹਨਾਂ ਨੂੰ 22 ਜਨਵਰੀ ਨੂੰ ਸਵੇਰੇ ਇੱਕ ਵਿਅਕਤੀ ਤੇ ਚਾਕੂ ਨਾਲ ਹਮਲਾ ਕਰਨ ਦੀ ਰਿਪੋਰਟ ਮਿਲੀ ਸੀ, ਜਿਸ ਤੋਂ ਬਾਅਦ ਰੈਸਟੋਰੈਂਟ ਦੇ ਸੀਸੀਟੀਵੀ ਕੈਮਰੇ ਵਿੱਚ ਇਹ ਸਾਰੀ ਘਟਨਾ ਕੈਦ ਹੋ ਗਈ, ਜਿਸ ਵਿੱਚ ਪਤਾ ਲੱਗਿਆ ਕਿ ਪੀੜਤ ਦੀ ਪਿੱਠ ਅਤੇ ਮੋਢੇ ਤੇ ਵਾਰ-ਵਾਰ ਚਾਕੂ ਨਾਲ ਹਮਲਾ ਕੀਤਾ ਗਿਆ ਸੀ। ਪੁਲਿਸ ਨੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਮੋਰਿਨ ਦੀ ਜਲਦੀ ਹੀ ਇੱਕ ਸ਼ੱਕੀ ਵਜੋਂ ਪਛਾਣ ਕਰ ਲਈ ਸੀ ਅਤੇ ਸੀਸੀਟੀਵੀ ਕੈਮਰੇ 'ਚ ਆਈ ਮੁਲਜ਼ਮ ਦੀ ਤਸਵੀਰ ਵੀ ਸਾਂਝੀ ਕੀਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਸੀ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਪੀੜਤ ਅਤੇ ਹਮਲਾਵਰ ਦੋਵੇਂ ਇੱਕ ਦੂਜੇ ਨੂੰ ਨਹੀਂ ਜਾਣਦੇ ਸੀ ਅਤੇ ਨਾ ਹੀ ਦੋਵਾਂ ਵਿਚਾਲੇ ਹਮਲੇ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਸੀ। ਇਸ ਦੇ ਨਾਲ ਹੀ ਟੋਰਾਂਟੋ ਦੇ ਵਿੱਚ ਇੱਕ ਵੱਡੇ ਕੂੜੇਦਾਨ ਅੰਦਰ ਛੋਟੀ ਬੱਚੀ ਦੀ ਦੇਹ ਮਿਲਣ ਦਾ ਜੋ ਮਾਮਲਾ ਸਾਹਮਣੇ ਆਇਆ ਸੀ, ਉਸ ਦੇ ਬਾਰੇ ਇੱਕ ਹੋਰ ਤਾਜ਼ਾ ਅਪਡੇਟ ਸਾਹਮਣੇ ਆਈ ਹੈ। ਵੱਡੇ ਕੂੜੇਦਾਨ ਵਿੱਚੋਂ ਮਿਲੀ ਬੱਚੀ ਦੀ ਮ੍ਰਿਤਕ ਦੇਹ ਦੇ ਮਾਮਲੇ ਵਿੱਚ ਟੋਰਾਂਟੋ ਪੁਲਿਸ ਨੇ ਇੱਕ ਨਵੀਂ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਵਿੱਚ ਪੁਲਿਸ ਨੇ ਕਿਹਾ ਕਿ ਇੱਕ ਵੀਡੀਓ ਵਿੱਚ ਪੋਸਟ ਦੇ ਡਰਾਈਵਰ ਨੂੰ ਉਸ ਖੇਤਰ ਵਿੱਚ ਰੁਕਿਆ ਦੇਖਿਆ ਗਿਆ ਸੀ, ਜਿਸ ਦੀ ਪੁਸ਼ਟੀ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਉਸ ਵਿਅਕਤੀ ਦਾ ਮਾਮਲੇ ਦੀ ਜਾਂਚ ਨਾਲ ਕੋਈ ਸੰਬੰਧ ਨਹੀਂ ਹੈ। ਪੁਲਿਸ ਨੇ ਹਾਲ ਹੀ ਵਿੱਚ ਮਾਮਲੇ 'ਚ ਜਾਂਚ ਦੀ ਨਵੀਂ ਅਪਡੇਟ ਨੂੰ ਸਾਂਝਾ ਕੀਤਾ ਸੀ, ਜਿਸ ਵਿੱਚ ਇੱਕ ਕਾਰ ਦੀ ਫੋਟੋ ਵੀਡੀਓ ਤੋਂ ਲਈ ਗਈ ਸੀ ਅਤੇ ਇਸ ਦੇ ਨਾਲ ਹੀ ਪੁਲਿਸ ਨੇ ਦੇਸ਼ ਵਿੱਚ 58 ਲਾਪਤਾ ਬੱਚਿਆਂ ਦੇ DNA ਨਾਲ ਬੱਚੀ ਦੇ ਸੈਂਪਲਸ ਨੂੰ ਮੈਚ ਕਰਕੇ ਵੇਖਿਆ ਸੀ, ਜੋ ਕਿ ਉਹਨਾਂ ਨਾਲ ਮੇਲ ਨਹੀਂ ਖਾਦੇ। ਜ਼ਿਕਰਯੋਗ ਹੈ ਕਿ ਬੱਚੀ ਦੀ ਲਾਸ਼ 2 ਮਈ ਨੂੰ ਸ਼ਾਮ ਨੂੰ 4:45 ਵਜੇ ਕੈਸਲ ਫਰੈਂਕ ਰੋਡ ਅਤੇ ਡੇਲ ਐਵੇਨਿਊ ਦੇ ਨੇੜੇ ਇੱਕ ਵੱਡੇ ਕੂੜੇਦਾਨ ਵਿੱਚੋਂ ਮਿਲੀ ਸੀ, ਜਿਸ ਦੀ ਉਮਰ 4 ਤੋਂ 7 ਸਾਲ ਦੀ ਦੱਸੀ ਗਈ, ਜਿਸ ਤੋਂ ਬਾਅਦ ਪੋਸਟਮਾਰਟਮ ਵਿੱਚ ਇਹ ਪੁਸ਼ਟੀ ਕੀਤੀ ਗਈ ਕਿ ਮ੍ਰਿਤਕ ਦੇ ਅਫਰੀਕੀ ਜਾਂ ਮਿਸ਼ਰਤ ਅਫਰੀਕੀ ਮੂਲ ਦੇ ਕਾਲੇ ਰੰਗ ਦੀ ਬੱਚੀ ਦੀ ਹੈ। ਅਧਿਕਾਰੀਆਂ ਨੇ ਮਾਮਲੇ ਵਿੱਚ ਬੱਚੀ ਦਾ ਇੱਕ ਸਕੈਚ ਵੀ ਜਾਰੀ ਕੀਤਾ ਸੀ, ਜਿਸ ਵਿੱਚ ਦੱਸਿਆ ਗਿਆ ਕਿ ਬੱਚੀ ਕਿਹੋ ਜਿਹੀ ਲੱਗ ਸਕਦੀ ਹੈ। ਪੁਲਿਸ ਨੇ ਕਿਹਾ ਕਿ ਜੇਕਰ ਕਿਸੇ ਕੋਲ ਵੀ ਮਾਮਲੇ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੈ ਤਾਂ ਉਹ ਪੁਲਿਸ ਨਾਲ ਜਾਂ ਅਗਿਆਤ ਤੌਰ ਤੇ ਕ੍ਰਾਈਮ ਸਟਾਪਰਸ ਨੂੰ ਕਾਲ ਕਰਕੇ ਸੰਪਰਕ ਕਰ ਸਕਦੇ ਹਨ। ਓਨਟਾਰੀਓ ਵਿੱਚ ਲਗਾਤਾਰ ਗੱਡੀਆਂ ਨੂੰ ਚੋਰੀ ਕਰਨ ਦੇ ਮਾਮਲੇ ਵੱਡੀ ਗਿਣਤੀ ਵਿੱਚ ਸਾਹਮਣੇ ਆਉਂਦੇ ਰਹਿੰਦੇ ਨੇ, ਤਾਂ ਕੁਝ ਇਸੇ ਸੰਬੰਧੀ ਮਾਮਲੇ ਸਾਹਮਣੇ ਆਏ ਜੋ ਕਿ 5 ਜੀਪ ਰੈਂਗਲਰ ਚੋਰੀ ਹੋਈਆਂ, ਜਿਸ ਦੇ ਬਾਰੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਉਹ ਗੱਡੀਆਂ ਮਿਲ ਵੀ ਗਈਆਂ। ਤਸਵੀਰ ਤੁਸੀਂ ਦੇਖ ਸਕਦੇ ਹੋ, ਇਹ 5 ਜੀਪ ਰੈਂਗਲਰ ਗੱਡੀਆਂ ਨੇ ਜਿਨ੍ਹਾਂ ਨੂੰ ਛੇਤੀ ਹੀ ਲੱਭ ਵੀ ਲਿਆ ਗਿਆ, ਜੋ ਕਿ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇੱਕ ਪੇਂਡੂ ਖੇਤਰ ਦੇ ਵਿੱਚ ਜੋ ਕਿ ਇਨੀਸ ਲੇਕ ਦੇ ਵਿੱਚ ਇੱਕ ਖੇਤਰ ਸੀ ਜਿੱਥੇ ਤੋਂ ਪੁਲਿਸ ਨੂੰ ਇਹ ਬਰਾਮਦਗੀ ਹੋਈ। 14 ਜੂਨ ਦੀ ਸਵੇਰ ਨੂੰ ਇਹਨਾਂ ਗੱਡੀਆਂ ਨੂੰ ਚੋਰੀ ਕੀਤਾ ਗਿਆ ਸੀ ਤੇ ਕੁਝ ਸਮੇਂ ਬਾਅਦ ਹੀ ਪੁਲਿਸ ਨੇ ਇਹਨਾਂ ਗੱਡੀਆਂ ਨੂੰ ਬਰਾਮਦ ਕਰ ਲਿਆ। ਪੁਲਿਸ ਨੇ ਕਿਹਾ ਹੈ ਕਿ ਜੇਕਰ ਕਿਸੇ ਨੂੰ ਵੀ ਆਪਣੇ ਆਲੇ ਦੁਆਲੇ ਕੁਝ ਅਜਿਹਾ ਸ਼ੱਕੀ ਮਾਮਲਾ ਜਾਪਦਾ ਹੈ ਤੇ ਕੋਈ ਜਾਣਕਾਰੀ ਮਿਲਦੀ ਹੈ ਕਿ ਕਿਤੇ ਕੋਈ ਅਜਿਹਾ ਵਾਹਨ ਮੌਜੂਦ ਹੋਵੇ ਜਿਸ ਦੇ ਉੱਤੇ ਕੋਈ ਸ਼ੱਕ ਪੈਂਦਾ ਹੋਵੇ ਤਾਂ ਉਸ ਦੇ ਬਾਰੇ ਤੁਰੰਤ ਉਹਨਾਂ ਨੂੰ ਜਾਣਕਾਰੀ ਜ਼ਰੂਰ ਦਿੱਤੀ ਜਾਵੇ। ਇਸ ਨਾਲ ਹੀ ਅਗਲੀ ਖਬਰ ਜੋ ਸਰੀ ਦੇ ਇੱਕ ਘਰ ਵਿੱਚ ਛਾਪੇਮਾਰੀ ਕੀਤੀ ਗਈ, 9 ਗ੍ਰਿਫਤਾਰੀਆਂ ਕੀਤੀਆਂ ਗਈਆਂ, ਹਥਿਆਰ, ਨਸ਼ਾ ਤੇ ਕੈਸ਼ ਵੀ ਬਰਾਮਦ ਕੀਤੇ ਗਏ। ਸਰੀ ਵਿੱਚ ਇੱਕ ਘਰ 'ਚ ਛਾਪੇਮਾਰੀ ਤੋਂ ਬਾਅਦ ਪੁਲਿਸ ਨੇ ਨਸ਼ੀਲੀਆਂ ਦਵਾਈਆਂ, ਨਕਦੀ, ਲੋਡਡ ਬੰਦੂਕ ਬਰਾਮਦ ਕੀਤੀ ਅਤੇ ਮਾਮਲੇ ਵਿੱਚ 9 ਲੋਕਾਂ ਨੂੰ ਗ੍ਰਿਫਤਾਰ ਕੀਤਾ। RCMP ਨੇ ਜਾਣਕਾਰੀ ਦਿੱਤੀ ਕਿ ਛਾਪੇਮਾਰੀ ਦੌਰਾਨ ਘਰ ਵਿੱਚੋਂ ਗੈਰ ਕਾਨੂੰਨੀ ਸਿਗਰਟ ਅਤੇ ਹਜ਼ਾਰਾਂ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ।
ਆਰਸੀਐਮਪੀ ਨੇ ਕਿਹਾ ਕਿ ਪ੍ਰੋਐਕਟਿਵ ਇਨਫੋਰਸਮੈਂਟ ਦੇ ਚੱਲਦਿਆਂ 3 ਜੂਨ ਨੂੰ ਅਧਿਕਾਰੀਆਂ ਵੱਲੋਂ ਵੈਲੀ ਇਲਾਕੇ ਦੇ ਇਸ ਘਰ ਦੀ ਪਛਾਣ ਕੀਤੀ ਗਈ ਸੀ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਤਲਾਸ਼ੀ ਦੌਰਾਨ ਘਰ ਵਿੱਚੋਂ 12,000 ਤੋਂ ਵੱਧ ਡਾਲਰ ਦੀ ਨਕਦੀ, ਫੈਂਟਾਨਿਲ, ਮੈਥਾਮਫੈਟਾਮਾਈਨ, ਕੋਕੀਨ ਅਤੇ ਹੋਰ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ, ਜਿਸ ਵਿੱਚ ਸਿਗਰਟ ਦੇ 3800 ਪੈਕ ਵੀ ਸ਼ਾਮਲ ਸੀ ਅਤੇ ਜੋ ਬੰਦੂਕ ਬਰਾਮਦ ਕੀਤੀ ਗਈ ਉਹ ਇੱਕ ਵਰਜਿਤ ਸੈਮੀ ਆਟੋਮੈਟਿਕ ਰਾਈਫਲ ਸੀ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਗ੍ਰਿਫਤਾਰ ਕੀਤੇ ਗਏ 9 ਲੋਕਾਂ ਨੂੰ ਬਾਅਦ ਵਿੱਚ ਰਿਹਾ ਕਰ ਦਿੱਤਾ ਗਿਆ ਅਤੇ ਕਿਸੇ ਤੇ ਵੀ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਇਸ ਨਾਲ ਹੀ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।